ॐ मैं मूर्ख की केतक बात है, कोट अपराधी तरिया रे। गुरु नानक जिन सुनिया पेखिया, से फिर गर्भास ना परया रे। गुरु नानक जिन सुनिया पेखिया, से फिर गर्भास ना परया रे। सुकाओ टल गुर सेवियै, अहनस सहज सुभाए। दर्शन परसिया गुरु के, जन्म मरण दुख जाए। वह सिफत खसमदे, अरसों कुरसो चटिया। तुद डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। हो मैं विचों खोवा, दूजा मेटा एको होवा। जग करड़ा मनमुख गावार, शब्द कमाइया खाइया सार। हो मैं विचों खोआ। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत, गुरु नानक साहब महाराज जियां दी पवित्र बाणी, जिस ਨੂੰ ਸਿੱਧ ਗੋਸ਼ਟ ਬਾਣੀ ਆਖਿਆ ਜਾਂਦਾ ਹੈ। ਸਿੱਧਾਂ ਨਾਲ ਵਿਚਾਰ ਹੋਈ ਮਹਾਰਾਜ ਜੀਆਂ ਦੀ। ਵਾਰੀ ਵਾਰੀ ਸਿੱਧ ਮਹਾਰਾਜ ਦੇ ਕੋਲ ਆਉਂਦੇ ਨੇ, ਆਪਣੇ ਆਪਣੇ ਸਵਾਲ ਸਤਿਗੁਰਾਂ ਨੂੰ ਕਰਦੇ ਪਏ। ਇੱਕ ਸਿੱਧ ਨੇ ਮਹਾਰਾਜ ਕੋਲ ਕੁਝ ਸਵਾਲ ਕੀਤੇ ਨੇ। ਮਹਾਰਾਜ, ਮੋਮ ਦੇ ਦੰਦ ਤੇ ਸਾਰ ਲੋਹਾ ਕਿਵੇਂ ਖਾਧਾ ਜਾਏ? ਦੂਜਾ ਸਵਾਲ ਇਹ ਹੈ ਵੀ ਮਹਾਰਾਜ, ਉਹ ਭੋਜਨ ਕਿਹੜਾ ਹੈ ਜਿਹਦੇ ਨਾਲ ਹੰਕਾਰ ਚਲਿਆ ਜਾਵੇ? ਤੀਜਾ ਸਵਾਲ ਇਹ ਹੈ ਮਹਾਰਾਜ, ਇਹ ਜਿਹੜਾ ਮਨ ਹੈ ਇਹ ਸ਼ਾਂਤੀ ਦੇ ਘਰ ਵਿੱਚ ਕਿਵੇਂ ਰਵੇ? ਤੇ ਚੌਥਾ ਸਵਾਲ ਇਹ ਹੈ ਮਹਾਰਾਜ ਸਾਹਿਬ ਜੀ, ਇਹ ਵਿਕਾਰਾਂ ਦਾ ਚੋਲਾ ਕਿਵੇਂ ਦੂਰ ਹੋਵੇ? ਪੰਜਵਾਂ ਸਵਾਲ ਇਹ ਹੈ ਵੀ ਉਹ ਕਿਹੜੀ ਗੁਫਾ ਹੈ ਜਿੱਥੇ ਇਸ ਜੀਵ ਨੂੰ ਸਥਿਤੀ ਪ੍ਰਾਪਤ ਹੋਵੇ, ਰੁਕ ਨਾ ਕਰੇ। ਛੇਵਾਂ ਸਵਾਲ ਇਹ ਹੈ ਵੀ ਲੋਕ ਤੇ ਪਰਲੋਕ ਵਿੱਚ ਕੌਣ ਸਮਾਇਆ ਹੋਇਆ ਹੈ? ਤੇ ਸੱਤਵਾਂ ਸਵਾਲ ਇਹ ਹੈ ਕਿ ਇਹ ਜਿਹੜਾ ਮਨ ਹੈ ਮਨੌਤ ਵੱਲੋਂ ਹਟ ਕੇ ਪਰਮਾਤਮਾ ਵਿੱਚ ਸਮਾਵੇ। ਇਹ 7 ਸਵਾਲ ਹਨ। ਮਹਾਰਾਜ ਜੀ ਉਹਨਾਂ ਸਵਾਲਾਂ ਦਾ ਜਵਾਬ ਇਸ ਪੌੜੀ ਵਿੱਚ ਬਖਸ਼ਿਸ਼ ਕਰਦੇ। ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋ ਮੈਂ ਵਿਚੋਂ ਖੋਆ। ਸਤਿਗੁਰਾਂ ਦੇ ਅੱਗੇ ਸਿੱਧ ਨੇ ਸਵਾਲ ਇਹ ਕੀਤਾ ਸੀ, ਉਹ ਕਿਹੜੀ ਗੁਫਾ ਹੈ ਜਿਸ ਵਿੱਚ ਜੀਵ ਸਦਾ ਵਾਸਤੇ ਅਸਥਿਤ ਹੋ ਕੇ ਰਹਿਣਾ ਕਰੇ?
ਤੇ ਪੰਜਵੇਂ ਸਵਾਲ ਦਾ ਜਵਾਬ ਇਹ ਹੈ ਵੀ ਮਨ ਵਿੱਚੋਂ ਹਉ ਹੰਗਤਾ ਹੰਕਾਰ ਮੈਂ ਮੇਰੀ ਨੂੰ ਦੂਰ ਕਰੇ, ਦਵੈਤ ਭਾਵ ਨੂੰ ਮੇਟ ਦੇਵੇ, ਤਾਂ ਇਹ ਜੀਵ ਜਿਹੜਾ ਹੈ ਸਦਾ ਵਾਸਤੇ ਅਸਥਿਤ ਰਹਿੰਦਾ ਹੈ। ਦੂਜਾ ਮੇਟਾ ਇੱਕੋ ਹੋਵੇ, ਅਤੇ ਇਸੇ ਤਰ੍ਹਾਂ ਦਵੈਤ ਨੂੰ ਮੇਟ ਕੇ ਤੇ ਇੱਕ ਰੂਪ ਹੋ ਜਾਵੇ। ਇਹਨਾਂ ਪੌੜੀਆਂ ਦਾ ਬਹੁਤਾ ਵਿਸਥਾਰ ਆਪਾਂ ਤਾਂ ਨਹੀਂ ਸਰਵਣ ਕਰ ਰਹੇ, ਕਿਉਂਕਿ ਇਹ ਸ਼ਬਦ ਕੱਲ੍ਹ ਆਪਾਂ ਇਹਨਾਂ ਪੌੜੀਆਂ ਨੂੰ ਸਰਵਣ ਕਰ ਲਿਆ ਹੈ। ਕੱਲ੍ਹ 7 ਸਵਾਲਾਂ ਵਿੱਚੋਂ 2 ਸਵਾਲਾਂ ਦੇ ਜਵਾਬ ਆਪਾਂ ਸਰਵਣ ਕੀਤੇ ਸਨ, ਇਸ ਕਰਕੇ ਇਹ ਕੱਲ੍ਹ ਵਾਲੀ ਕਥਾ ਜਿਹੜੀ ਆ ਉੱਥੋਂ ਆਪਾਂ ਸ਼ੁਰੂ ਹੋਏ ਹਾਂ। ਦੂਜਾ ਮੇਟਾ ਇੱਕੋ ਹੋਵੇ, ਦਵੈਤ ਨੂੰ ਮੇਟ ਕੇ ਇੱਕ ਦਾ ਰੂਪ ਹੋ ਜਾਣਾ ਕਰੇ। ਜਗ ਕਰੜਾ ਮਨ ਮੁੱਕਾ ਵਾਰ। ਤੇ ਅਗਲਾ ਸਵਾਲ ਇਹ ਸੀ ਵੀ ਮੋਮ ਦੇ ਦੰਦਾਂ ਦੇ ਨਾਲ ਇਹ ਲੋਹੇ ਨੂੰ ਕਿਵੇਂ ਖਾਧਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦਾ ਸ਼ਬਦ ਮੋਮ ਦੇ ਦੰਦ ਹਨ। ਸੰਸਾਰ ਜਿਹੜਾ ਕਰੜਾ ਹੈ ਨਾ, ਇਸ ਨੂੰ ਮਿਥਿਆ ਨਿਸ਼ਚੇ ਕਰਨਾ, ਇਹ ਸੰਸਾਰ ਨੂੰ ਖਾਣਾ ਹੈ। ਸ਼ਬਦ ਕਮਾਈਐ ਖਾਈਐ ਸਾਰ। ਜਿਹੜੇ ਸ਼ਬਦ ਨੂੰ ਕਮਾਉਂਦੇ ਨੇ ਉਹ ਕਹਿਲੇ ਸਾਰ ਸਿਧਾਂਤ ਨੂੰ ਗ੍ਰਹਿਣ ਕਰਦੇ ਹਨ। ਅੰਤਰ ਬਾਹਰ ਇੱਕੋ ਜਾਣੈ। ਸੋ ਗੁਰਮੁਖੋ 6ਵਾਂ ਸਵਾਲ ਜਿਹੜਾ ਮਹਾਰਾਜ ਦੇ ਕੋਲ ਕੀਤਾ ਹੈ ਵੀ ਇਹ ਸੰਸਾਰ ਦੇ ਅੰਦਰ ਬਾਹਰ ਕੌਣ ਹੈ। ਪਾਤਸ਼ਾਹ ਕਹਿਣ ਲੱਗੇ ਸਰੀਰ ਦੇ ਅੰਦਰ, ਸਰੀਰ ਦੇ ਬਾਹਰ, ਬ੍ਰਹਿਮੰਡ ਦੇ ਅੰਦਰ, ਬ੍ਰਹਿਮੰਡ ਦੇ ਬਾਹਰ, ਲੋਕ ਦੇ ਅੰਦਰ, ਪਰਲੋਕ ਦੇ ਵਿੱਚ ਇੱਕ ਪਰਮਾਤਮਾ ਨੂੰ ਸਮਾਇਆ ਹੋਇਆ ਜਾਣੇ। ਸਿੱਧ ਦਾ ਸਵਾਲ ਇਹ ਸੀ ਵੀ ਇਹ ਲੋਕ ਪਰਲੋਕ ਵਿੱਚ ਕੌਣ ਸਮਾਇਆ ਹੈ। ਸਤਿਗੁਰੂ ਕਹਿੰਦੇ ਲੋਕ ਪਰਲੋਕ ਦੇ ਵਿੱਚ ਪਰਮਾਤਮਾ ਸਮਾਇਆ ਹੈ, ਇਸ ਤਰ੍ਹਾਂ ਜਾਣਨਾ ਕਰੇ। ਅਤੇ ਸਰੀਰ ਦੇ ਅੰਦਰ ਵੀ ਪਰਮਾਤਮਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਸਰੀਰ ਵਿੱਚ ਵੀ ਉਹ ਹੈ, ਬਾਹਰੀ ਵੀ ਉਹ ਹੈ, ਉਸ ਨੂੰ ਜਾਣਨਾ ਕਰੇ। ਅਤੇ ਇਸੇ ਤਰ੍ਹਾਂ ਉਹ ਪਰਮਾਤਮਾ ਸਾਰੇ ਥਾਵਾਂ 'ਤੇ ਹੈ। ਇਹ ਸਵਾਲ ਸੀਗਾ ਵੀ ਪਰਮਾਤਮਾ ਨੂੰ ਬ੍ਰਹਿਮੰਡ ਦੇ ਅੰਦਰ ਕਿਵੇਂ ਜਾਣਨਾ ਕਰੇ, ਤੇ ਮਹਾਰਾਜ ਨੇ ਉਹਦਾ ਉੱਤਰ ਦਿੱਤਾ ਹੈ। ਨਾਨਕ ਅਗਨ ਮਰੈ ਸਤਿਗੁਰ ਕੈ ਭਾਣਾ। ਇੱਕ ਸਵਾਲ ਇਹ ਸੀ ਵੀ ਇਹ ਅਗਨੀ ਕਿਸ ਤਰ੍ਹਾਂ ਮਰਦੀ ਹੈ, ਤੇ ਮਹਾਰਾਜ ਕਹਿਣ ਲੱਗੇ ਸਤਿਗੁਰਾਂ ਦਾ ਜਿਹੜਾ ਭਾਣਾ ਮੰਨਣਾ ਨਾ, ਭਾਣੇ ਨੂੰ ਮੰਨਣਾ, ਭਾਣੇ ਵਿੱਚ ਰਹਿਣਾ। ਤੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਤ੍ਰਿਸ਼ਨਾ ਰੂਪੀ ਅੱਗ ਮਰ ਜਾਂਦੀ ਹੈ। ਤ੍ਰਿਸ਼ਨਾ ਦੀ ਅੱਗ ਮਰਨ ਦੇ ਨਾਲ ਇਹ ਜਿਹੜਾ ਮਨ ਹੈ ਮਨੌਤ ਵੱਲੋਂ ਹਟ ਕੇ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਸੱਚ ਭੈ ਰਾਤਾ ਗਰਭ ਨਿਵਾਰੈ। ਦੂਜਾ ਸਵਾਲ ਇਹ ਸੀ ਮਹਾਰਾਜ ਸਾਹਿਬ ਜੀ ਇਹ ਹੰਕਾਰ ਕਿਵੇਂ ਦੂਰ ਹੋਵੇ। ਮਹਾਰਾਜ ਕਹਿਣ ਲੱਗੇ ਭਾਈ ਜੋ ਸੱਚਾ ਪਰਮਾਤਮਾ ਹੈ ਉਹਦੇ ਭੈ ਦੇ ਵਿੱਚ ਆਪਣੇ ਆਪ ਨੂੰ ਰੰਗਨਾ ਕਰੇ। ਇੱਕੋ ਜਾਤਾ ਸ਼ਬਦ ਵਿਚਾਰੈ। ਜੋ ਗੁਰੂ ਦਾ ਇੱਕ ਸ਼ਬਦ ਹੈ ਉਹਦੀ ਵਿਚਾਰ ਕਰੇ। ਗੁਰੂ ਦੇ ਇੱਕ ਸ਼ਬਦ ਦੀ ਜਿਸ ਵੇਲੇ ਵਿਚਾਰ ਕਰੇਗਾ ਤੇ ਪਾਤਸ਼ਾਹ ਕਹਿਣ ਲੱਗੇ ਇੱਕੋ ਉਹ ਜਿਹੜਾ ਪਰਮਾਤਮਾ ਹੈ ਉਹਦੇ ਵਿੱਚ ਤਦਾਕਾਰ ਹੋਣ ਕਰਕੇ, ਉਹਦੇ ਭੈ ਵਿੱਚ ਰਹਿਣ ਕਰਕੇ, ਸੋ ਉਹਦੇ ਭੈ ਵਿੱਚ ਰਹਿਣ ਕਰਕੇ ਬਚਨ ਇਹ ਹੈ ਵੀ ਆਪਣੇ ਆਪ ਨੂੰ ਰੰਗਿਆ ਹੋਇਆ ਜਾਣਾ, ਜਾਣਨਾ ਕਰੇ। ਤੇ ਪਾਤਸ਼ਾਹ ਕਹਿਣ ਲੱਗੇ ਇੱਕੋ ਜਾਤਾ ਸ਼ਬਦ ਵਿਚਾਰ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਸੋ ਜੋ ਪਰਮਾਤਮਾ ਸੱਚਾ ਸਾਰੇ ਥਾਵਾਂ 'ਤੇ ਰਵਿਆ ਹੈ ਉਸ ਨੂੰ ਜਾਣੇਗਾ, ਫਿਰ ਇਹ ਜਿਹੜਾ ਹੰਕਾਰ ਦੂਰ ਹੁੰਦਾ ਹੈ। ਸ਼ਬਦ ਵਸੈ ਸੱਚ ਅੰਤਰ ਹੀਆ। ਮਹਾਰਾਜ ਕਹਿਣ ਲੱਗੇ ਭਾਈ ਹੀਆ ਹਿਰਦੇ ਵਿੱਚ ਜਿਨ੍ਹਾਂ ਦੇ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ। ਤਨ ਮਨ ਸੀਤਲ ਰੰਗ ਰੰਗੀਆ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਸਮਾਇਆ ਹੈ, ਨਾਮ ਵਸਿਆ ਹੈ ਤੇ ਰੰਗ ਰੰਗੀਆ, ਉਹਨਾਂ ਦੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੀ ਗਈ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਦਾ ਮਨ ਤਨ ਸੀਤਲ ਹੋਇਆ ਹੈ। ਤੇ ਇਸੇ ਤਰ੍ਹਾਂ ਸ਼ਬਦ ਵਸੈ ਸੱਚ ਅੰਤਰ, ਸ਼ਾਂਤੀ ਰੂਪੀ ਘਰ ਦੇ ਵਿੱਚ ਫਿਰ ਉਹ ਜੀਵ ਆ ਕੇ ਟਿਕਦਾ ਹੈ। ਕਾਮ ਕ੍ਰੋਧ ਬਿਖ ਅਗਨ ਨਿਵਾਰੈ। ਅਗਲਾ ਸਵਾਲ ਇਹ ਸੀ ਮਹਾਰਾਜ ਵਿਕਾਰਾਂ ਦੇ ਚੋਲੇ ਨੂੰ ਕਿਵੇਂ ਦੂਰ ਕਰੇ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ
ਇਹ ਜਿਹੜੇ ਵਿਕਾਰ ਰੂਪੀ ਅੱਗ ਹਨ, ਨਾਨਕ ਨਦਰੀ ਨਦਰ ਪਿਆਰੇ। ਜੋ ਨਦਰੀ ਪਰਮੇਸ਼ਰ ਹੈ ਭਾਈ, ਉਸ ਪਰਮੇਸ਼ਰ ਦੀ ਜਿਸ ਵੇਲੇ ਕਿਰਪਾ ਦ੍ਰਿਸ਼ਟੀ ਹੋਵੇ ਤੇ ਇਹ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਜਿਹੜੇ ਵਿਸ਼ਿਆਂ ਦੀ ਅਗਲੀ ਹੈ, ਅਗਨੀ ਹੈ, ਅੱਗ ਹੈ, ਇਹ ਚੋਲਾ ਨਿਰਵਿਰਤ ਹੋ ਜਾਂਦਾ, ਦੂਰ ਹੋ ਜਾਂਦਾ। ਕਿਸ ਤਰ੍ਹਾਂ ਦੂਰ ਹੁੰਦਾ ਹੈ? ਨਾਨਕ ਨਦਰੀ ਨਜ਼ਰ ਪਿਆਰੇ, ਜਿਸ ਵੇਲੇ ਪਿਆਰੇ ਪਰਮੇਸ਼ਰ ਦੀ ਨਜ਼ਰ ਕਹੀਏ ਕਿਰਪਾ ਦ੍ਰਿਸ਼ਟੀ ਪ੍ਰਾਪਤ ਹੋਵੇ, ਫਿਰ ਇਹ ਵਿਕਾਰਾਂ ਰੂਪੀ ਚੋਲਾ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਇਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਇੱਕ ਸਿੱਧ ਨੇ 5 ਸਵਾਲ ਹੋਰ ਆ ਕੇ ਮਹਾਰਾਜ ਨੂੰ ਕੀਤੇ ਤੇ ਸਤਿਗੁਰੂ ਉਹਨਾਂ ਦੇ ਇਸ ਤਰ੍ਹਾਂ ਸਵਾਲ ਸੁਣ ਕੇ ਫਿਰ ਦੱਸਦੇ ਹਨ। ਕਵਨ ਮੁਖ ਚੰਦ ਹਵੈ ਘਰ ਛਾਇਆ। ਸਵਾਲ ਇਹ ਹੈ ਕਿ ਮਹਾਰਾਜ ਸਾਹਿਬ ਜੀ, ਸੋ ਇਹ ਸ਼ਾਂਤੀ ਦਾ ਘਰ ਵੈਰਾਗ ਰੂਪੀ ਜੋ ਚੰਦਰਮਾ ਹੈ, ਇਹ ਕਿਸ ਹਿਰਦੇ ਵਿੱਚ ਸਮਾਇਆ, ਕਿਸ ਤਰ੍ਹਾਂ ਇਹ ਸਥਿਤ ਹੋਇਆ ਹੈ? ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਕਵਨ ਮੁਖ ਸੂਰਜ ਤਪੈ ਤਪਾਇਆ। ਮਹਾਰਾਜ ਕਿਸ ਗਿਆਨ ਦੁਆਰਾ ਸੂਰਜ ਤਪਾਇਆ, ਤਪਦਾ ਭਾਵ ਚੜਾਇਆ, ਚੜ੍ਹਦਾ ਹੈ, ਤੇ ਅਗਿਆਨ ਦਾ ਹਨੇਰਾ ਕਿਵੇਂ ਦੂਰ ਹੁੰਦਾ? ਦੱਸਣਾ ਕਰੋ। ਕਵਨ ਮੁਖ ਕਾਲ ਜੋਤ ਨਿਤਰ ਹੈ। ਮਹਾਰਾਜ ਕਿਰਪਾ ਕਰਕੇ ਇਹ ਵੀ ਦੱਸੋ ਕਿ ਜੋ ਕਾਲ ਨਿਤਾ ਪ੍ਰਤੀ ਜੀਵ ਨੂੰ ਵੇਖ ਰਿਹਾ ਹੈ, ਕਵਨ ਮੁਖ ਕਿਸ ਦੁਆਰਾ ਉਸ ਕਾਲ ਤੋਂ ਰਹਿਤ ਹੋ ਜਾਈਏ? ਨਿਤ ਰਹਿ ਜੋ ਰੋਜ਼ ਹੀ ਵੇਖਦਾ ਨਾ ਕਾਲ, ਮਹਾਰਾਜ ਕਿਹੜਾ ਇਹੋ ਜਿਹਾ ਤਰੀਕਾ ਹੈ ਰਹਿ ਕਹੀਏ ਰਹਿਤ ਹੋ ਜਾਈਏ ਕਾਲ ਤੋਂ? ਆਪ ਜੀ ਦੱਸਣਾ ਕਰੋ। ਕਵਨ ਬੁੱਧ ਗੁਰਮੁਖ ਪਾਤਰ ਹੈ। ਮਹਾਰਾਜ ਉਹ ਬੁੱਧੀ ਕਿਹੜੀ ਹੈ, ਅਕਲ ਕਿਹੜੀ ਹੈ, ਜਿਸ ਦੇ ਨਾਲ ਗੁਰਮੁਖਾਂ ਦੀ ਪਤ ਆਬਰੋ ਬਚੀ ਰਹਿੰਦੀ, ਬਣੀ ਰਹਿੰਦੀ ਹੈ? ਕਵਨ ਜੋਧ ਜੋ ਕਾਲ ਸੰਘਾਰਾ। ਉਹ ਯੋਧਾ ਕਿਹੜਾ, ਸੂਰਮਾ ਇਹੋ ਜਿਹਾ ਕਿਹੜਾ ਹੈ ਜਿਹੜਾ ਕਾਲ ਮੌਤ ਨੂੰ ਕਹਿੰਦੇ ਮਾਰ ਦਿੰਦਾ ਹੈ? ਬੋਲੇ ਬਾਣੀ ਨਾਨਕ ਵਿਚਾਰਾ। ਸਤਿਗੁਰੂ ਕਹਿਣ ਲੱਗੇ ਭਾਈ ਲਹਿਣਾ ਸਾਹਿਬ ਜੀ, ਇਹ ਉਹਨਾਂ ਨੇ ਸਾਨੂੰ ਜਿਹੜੇ ਸਨ ਉਹ ਸਵਾਲ ਕੀਤੇ ਕਿ ਮਹਾਰਾਜ ਇਹ 5 ਸਵਾਲਾਂ ਦੇ ਜਵਾਬ ਆਪ ਜੀ ਦੇਵੋ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਲਹਿਣਾ ਸਾਹਿਬ ਜੀ, ਫਿਰ ਅਸੀਂ ਉਹਨਾਂ ਦੇ 5 ਦੇ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦਿੱਤੇ ਹਨ। ਸ਼ਬਦ ਭਾਖਤ ਸਸ ਜੋਤ ਅਪਾਰਾ। ਮਹਾਰਾਜ ਕਹਿਣ ਲੱਗੇ ਅਪਾਰ ਜੋਤ ਵਾਲਾ ਜੋ ਵੈਰਾਗ ਰੂਪੀ ਚੰਦਰਮਾ ਹੈ। ਚੰਦਰਮਾ ਕਿਹੜਾ ਚੜ੍ਹਨਾ? ਜਿਹੜਾ ਵੈਰਾਗ ਆਉਣਾ ਹੈ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਧੰਨ ਸੋ ਤੇਰਾ ਥਾਨ। ਇਹ ਗੁਰਬਾਣੀ ਦਾ ਬਚਨ ਹੈ। ਮਹਾਰਾਜ ਕਹਿਣ ਲੱਗੇ ਅਪਾਰ ਜੋਤ ਵਾਲਾ ਜੋ ਵੈਰਾਗ ਰੂਪ ਚੰਦਰਮਾ ਹੈ। ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਸ਼ਬਦ ਦੇ ਨਾਲ ਭਾਖਤ ਕਹੀਏ, ਗੁਰੂ ਦਾ ਸ਼ਬਦ ਉਚਾਰਨਾ, ਨਾਮ ਜਪਣਾ। ਗੁਰੂ ਦੇ ਸ਼ਬਦ ਨੂੰ ਜਿਸ ਵੇਲੇ ਜੀਵ ਜਪਦਾ ਹੈ, ਕਹਿਣ ਲੱਗੇ ਫਿਰ ਇਹ ਸ਼ਾਂਤੀ ਰੂਪੀ ਚੰਦਰਮਾ, ਵੈਰਾਗ ਰੂਪੀ ਚੰਦਰਮਾ, ਇਹਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਜੀਵ ਜਿਹੜਾ ਹੈ ਹਿਰਦੇ ਘਰ ਦੇ ਵਿੱਚ ਗੁਰੂ ਦਾ ਉਪਦੇਸ਼ ਸਥਿਤ ਹੋ ਜਾਂਦਾ, ਟਿਕ ਜਾਂਦਾ ਹੈ। ਸਸ ਘਰ ਸੂਰ ਵਸੈ ਮਿਟੇ ਅੰਧਿਆਰਾ। ਦੂਜਾ ਬਚਨ ਇਹ ਸੀ ਕਿ ਇਹ ਸੂਰਜ ਕਿਸ ਤਰ੍ਹਾਂ ਤਪਾਇਆ ਤਪਦਾ ਹੈ ਤੇ ਅਗਿਆਨਤਾ ਦਾ ਹਨੇਰਾ ਕਿਵੇਂ ਦੂਰ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਵੈਰਾਗ ਹਿਰਦੇ ਰੂਪੀ ਘਰ ਵਿੱਚ ਜਿਸ ਵੇਲੇ ਸਮਾਉਂਦਾ ਹੈ, ਜਾਂ ਆਪਾਂ ਕਹਿ ਲਈਏ ਉਪਦੇਸ਼ ਹਿਰਦੇ ਘਰ ਵਿੱਚ ਜਿਸ ਵੇਲੇ ਸਮਾ ਜਾਵੇ, ਉਸ ਵੇਲੇ ਗਿਆਨ ਰੂਪੀ ਸੂਰਜ ਚੜ੍ਹਦਾ ਹੈ। ਸੂਰਜ ਕਿਹੜਾ ਚੜ੍ਹਾਉਣਾ ਹੈ? ਇਹ ਗਿਆਨ ਰੂਪੀ ਸੂਰਜ ਚੜ੍ਹਾਉਣਾ ਹੈ। ਜਦੋਂ ਗਿਆਨ ਦਾ ਸੂਰਜ ਚੜ੍ਹਦਾ ਹੈ ਤੇ ਫਿਰ ਮਿਟੇ ਅੰਧਿਆਰਾ, ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਸੁਖ ਦੁੱਖ ਸਮ ਕਰ ਨਾਮ ਆਧਾਰਾ। ਮਹਾਰਾਜ ਕਹਿਣ ਲੱਗੇ ਨਾਮ ਨੂੰ ਆਸਰਾ ਬਣਾ ਕੇ ਸੁੱਖ ਤੇ ਦੁੱਖ ਨੂੰ ਬਰਾਬਰ ਹੀ ਜਾਣਨਾ ਕਰੇ। ਜਿਵੇਂ ਮਹਾਰਾਜ ਜੀ ਦਾ ਬਚਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਆਉਂਦਾ ਜ਼ਰੂਰ ਹੈ, ਪਰ ਦੁੱਖ ਨੂੰ ਦੁੱਖ ਕਰਕੇ ਨਾ ਜਾਣਨਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਮਹਾਰਾਜ ਕਹਿਣ ਲੱਗੇ ਦੁੱਖ ਆ ਗਿਆ, ਇਹ ਵੀ ਪਰਮਾਤਮਾ ਦਾ ਹੁਕਮ ਜਾਣ ਕੇ। ਜੇ ਸੁੱਖ ਆ ਗਿਆ, ਇਹ ਪਰਮਾਤਮਾ ਦੀ ਬਖਸ਼ਿਸ਼ ਜਾਣ ਕੇ ਦੋਨਾਂ ਵਿੱਚ ਬਰਾਬਰ ਰਹਿਣਾ ਕਰੇ। ਜੇ ਦੁੱਖ ਦੇ ਤਾਂ ਤੁਝੈ ਅਰਾਧੀ, ਜੇ ਦੁੱਖ ਆ ਗਿਆ ਹੈ ਤਾਂ ਵੀ ਮੈਂ ਤੁਹਾਡਾ ਨਾਮ ਜਪਣਾ ਨਹੀਂ ਛੱਡਾਂਗਾ।
ਦੁੱਖ ਹੀ ਹੈ ਨਾ ਗੁਰਮੁਖੋ ਆਪਣਾ ਘਰ ਛੱਡ ਦੇਣਾ, ਇਹ ਦੁੱਖ ਹੈ। ਪਰਿਵਾਰ ਵਿੱਚ ਵੰਡੀ ਪੈ ਜਾਣੀ, ਪਰਿਵਾਰ ਖੇਰੂ ਖੇਰੂ ਹੋ ਜਾਣਾ, ਇਹ ਦੁੱਖ ਹੈ। ਆਪਣਾ ਘਰ ਛੱਡ ਦੇਣਾ, ਇਹ ਦੁੱਖ ਹੈ। ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਜਾਣੇ, ਇਹ ਦੁੱਖ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਸਰਸਾ ਦੇ ਕਿਨਾਰੇ 'ਤੇ ਬੈਠ ਕੇ ਕੀਰਤਨ ਕਰਦੇ ਪਏ। ਇਹ ਮਹਾਰਾਜ ਨੇ ਦੱਸਿਆ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਦੁੱਖ ਮਿਲਦਾ ਪਿਆ ਪਰ ਦੁੱਖ ਨੂੰ ਦੁੱਖ ਕਰਕੇ ਜਾਣਿਆ ਹੀ ਨਹੀਂ। ਇਹ ਗੁਰਮੁਖਾਂ ਦੀ ਅਵਸਥਾ ਹੈ। ਜੇ ਦੁੱਖ ਦੇ ਤਾਂ ਤੁਝੇ ਦੁੱਖ ਮਿਲਿਆ ਜ਼ਰੂਰ ਹੈ, ਪਰ ਉਹਦੇ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਦੁੱਖ ਨੂੰ ਦੁੱਖ ਨਹੀਂ ਜਾਣਿਆ ਹੈ। ਜੇ ਦੁੱਖ ਦੇ ਤਾਂ ਤੁਝੇ ਰਾਧੀ ਸੁਖ ਪੀ ਤੁਝੈ। ਜੇ ਸੁਖ ਮਿਲਿਆ ਤੇ ਤਾਂ ਵੀ ਤੁਹਾਡੇ ਨਾਮ ਦਾ ਧਿਆਉਣਾ ਬਰਕਰਾਰ ਹੀ ਰਹੇਗਾ। ਦੁੱਖ ਦੇ ਵਿੱਚ ਤੇ ਅਸੀਂ ਪਰਮਾਤਮਾ ਨੂੰ ਯਾਦ ਕਰ ਲੈਂਦੇ ਹਾਂ, ਪਰ ਸੁੱਖ ਦੇ ਵਿੱਚ ਉਹ ਸਾਨੂੰ ਯਾਦ ਨਹੀਂ ਆਉਂਦਾ ਹੈ, ਭੁੱਲ ਜਾਂਦਾ ਹੈ। ਪਰ ਜਿਹੜੇ ਗੁਰਮੁਖ ਨੇ ਉਹ ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣਦੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਐਸੇ ਬਚਨ ਮਹਾਰਾਜ ਜੀਆਂ ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁੱਖ ਦੁੱਖ ਸਮ ਕਰ, ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣੇ। ਹੁਣ ਸਵਾਲ ਇਹ ਹੈ ਵੀ ਮਹਾਰਾਜ ਬਰਾਬਰ ਕਰਕੇ ਜਾਣੇ ਕਿਵੇਂ? ਮਨ ਦੇ ਵਿੱਚ ਕੋਈ ਨਾ ਕੋਈ ਤਾਂ ਵਿਚਾਰ ਆ ਹੀ ਜਾਂਦਾ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਆਧਾਰਾ, ਨਾਮ ਦੇ ਆਸਰੇ ਦੇ ਨਾਲ ਸੁੱਖ ਦੁੱਖ ਨੂੰ ਬਰਾਬਰ ਜਾਣਨਾ ਕਰੇ। ਆਪੇ ਪਾਰ ਉਤਾਰਨ ਹਾਰਾ, ਅਤੇ ਉਹ ਪਰਮਾਤਮਾ ਆਪ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਹੈ। ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਉਹ ਸੰਸਾਰ ਤੋਂ ਪਾਰ ਉਤਰ ਜਾਂਦੇ। ਐਸੀ ਬੁੱਧੀ ਜਦੋਂ ਨਿਸ਼ਚੇ ਕਰੇ, ਇਸ ਤਰ੍ਹਾਂ ਦਾ ਨਿਸ਼ਚਾ ਜਦੋਂ ਆਪਣੀ ਅਕਲ ਵਿੱਚ ਕਰ ਲਵੇ ਤੇ ਗੁਰਮੁਖਾਂ ਦੀ ਫਿਰ ਪੱਤ ਆਬਰੂ ਰਹਿੰਦੀ ਹੈ। ਸਵਾਲ ਇਹ ਸੀਗਾ ਕਿ ਇਹ ਜਿਹੜੇ ਗੁਰਮੁਖ ਨੇ ਉਹਨਾਂ ਦੀ ਇੱਜ਼ਤ ਕਿਵੇਂ ਰਹਿੰਦੀ ਲੋਕ ਤੇ ਪਰਲੋਕ ਦੇ ਅੰਦਰ। ਸਤਿਗੁਰੂ ਕਹਿਣ ਲੱਗੇ ਲੋਕ ਪਰਲੋਕ ਦੇ ਵਿੱਚ ਇੱਜ਼ਤ ਤਾਂ ਬਣਦੀ ਹੈ ਜਦੋਂ ਇਹ ਗੱਲ ਜਾਣ ਲਵੇਂਗਾ ਵੀ ਉਹ ਪਰਮਾਤਮਾ ਆਪ ਪਾਰ ਉਤਾਰਾ ਕਰਨ ਵਾਲਾ ਹੈ, ਆਪ ਮੁਕਤ ਕਰਨ ਵਾਲਾ ਹੈ। ਜਦੋਂ ਇਹ ਗੱਲ ਜਾਣਦਾ ਹੈ ਫਿਰ ਗੁਰਮੁਖ ਲੋਕ ਪਰਲੋਕ ਦੇ ਵਿੱਚ ਇੱਜ਼ਤ ਨੂੰ ਪ੍ਰਾਪਤ ਕਰਦੇ ਹਨ। ਗੁਰ ਪਰਚੈ ਮਨ ਸਾਚ ਸਮਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਪਰਚੈ, ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੇ ਮਨ ਨੂੰ ਲਾਉਣਾ ਕਰੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੇ ਮਨ ਨੂੰ ਪਰਮਾਤਮਾ ਦੇ ਵਿੱਚ ਲਾਉਣਾ ਕਰੇ ਤੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਸਮਾਇਆ ਹੋਇਆ ਜਾਣਨਾ ਕਰੇ। ਪ੍ਰਣਵਤ ਨਾਨਕ ਕਾਲ ਨਾ ਖਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਨੂੰ ਇਹ ਜਿਹੜਾ ਕਾਲ ਹੈ ਉਹ ਖਾਂਦਾ ਨਹੀਂ, ਬਲਕਿ ਉਹਨਾਂ ਨੇ ਕਾਲ ਨੂੰ ਖਾ ਲਿਆ ਹੈ। ਸਵਾਲ ਸੀ ਨਾ ਮਹਾਰਾਜ ਸਾਹਿਬ ਜੀ ਇਹ ਕਾਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਸਤਿਗੁਰੂ ਕਹਿਣ ਲੱਗੇ ਗੁਰ ਪਰਚੈ, ਗੁਰੂ ਦਾ ਉਪਦੇਸ਼ ਲੈ ਕੇ ਉਹਦੀ ਕਮਾਈ ਕਰੇ। ਦੂਜਾ ਬਚਨ ਗੁਰ ਪਰਚੈ, ਫਿਰ ਗੁਰੂ ਨਾਲ ਪ੍ਰੇਮ ਵੀ ਕਰੇ। ਗੁਰੂ ਦਾ ਉਪਦੇਸ਼ ਲੈ ਕੇ ਉਪਦੇਸ਼ ਦੀ ਕਮਾਈ ਕਰਦਿਆਂ ਗੁਰੂ ਨਾਲ ਪ੍ਰੇਮ ਕਰੇ। ਜੇ ਮਹਾਰਾਜ ਕਹਿਣ ਲੱਗੇ ਮਨ ਸਾਚ ਸਮਾਏ, ਤੇ ਆਪਣੇ ਮਨ ਨੂੰ ਸੱਚੇ ਵਿੱਚ ਸਮਾਈ ਰੱਖੇ। ਹਰ ਵੇਲੇ ਮਨ ਵਿੱਚ ਉਹਦੀ ਯਾਦ ਨੂੰ ਬਣਾਈ ਰੱਖੇ, ਹਰ ਵੇਲੇ ਉਹਨੂੰ ਚੇਤੇ ਕਰਦਾ ਰਵੇ। ਪ੍ਰਣਵਤ ਨਾਨਕ ਕਾਲ ਨਾ ਖਾਏ, ਉਹਨੂੰ ਫਿਰ ਕਾਲ ਨਹੀਂ ਖਾ ਸਕਦਾ ਹੈ। ਫਿਰ ਕੀ ਹੋਵੇਗਾ? ਕਹਿਣ ਲੱਗੇ ਸਗੋਂ ਉਹ ਕਾਲ ਨੂੰ ਖਾ ਜਾਂਦਾ ਹੈ। ਕਾਲ ਨੂੰ ਕੀ ਖਾਣਾ? ਜੋ ਆਪਣੇ ਆਪ ਤੋਂ ਦੂਰ ਕਰ ਦੇਣਾ, ਅਭਾਵ ਕਰ ਦੇਣਾ ਹੈ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਨਾਮ ਤਤ ਸਭ ਹੀ ਸਿਰ ਜਾਪੈ। ਮਹਾਰਾਜ ਕਹਿਣ ਲੱਗੇ ਭਾਈ ਇਹ ਬਚਨ ਇਹ ਹੈ ਕਿ ਨਾਮ ਜਿਹੜਾ ਹੈ ਨਾ ਉਹ ਵੇਦਾਂ ਸ਼ਾਸਤਰਾਂ ਦਾ, ਧਾਰਮਿਕ ਗ੍ਰੰਥਾਂ ਦਾ ਇਹ ਜਿਹੜਾ ਨਾਮ ਹੈ ਇਹ ਤੱਤ ਹੈ। ਤੱਤ ਕਹੀਏ ਨਿਚੋੜ, ਕਹੀਏ ਸਿਧਾਂਤ। ਤੁਸੀਂ ਧਾਰਮਿਕ ਗ੍ਰੰਥ ਪੜ੍ਹੋਗੇ ਨਾ, ਵੇਦ ਪੜ੍ਹ ਲਵੋ, ਸ਼ਾਸਤਰ ਪੜ੍ਹ ਲਵੋ, ਜਦੋਂ ਪੜ੍ਹਨ ਤੋਂ ਬਾਅਦ ਵਿੱਚ ਉਹਦਾ ਨਿਚੋੜ ਕੱਢੋਗੇ ਨਾ ਵੀ ਇਹਨੇ ਸਾਨੂੰ ਉਪਦੇਸ਼ ਕੀ ਦਿੱਤਾ ਹੈ, ਤੇ ਉਹਦਾ ਉਪਦੇਸ਼ ਇਹ ਹੈ ਕਿ ਨਾਮ ਜਪੋ। ਸਕੂਲ ਦੇ ਵਿੱਚ ਬੱਚਿਆਂ ਨੂੰ ਇੱਕ ਲੇਖ ਪੜ੍ਹਾਇਆ ਜਾਂਦਾ ਨਾ ਲੰਮਾ ਸਾਰਾ, ਪਰ ਉਹਦੇ ਥੱਲੇ ਇੱਕ ਸਿੱਖਿਆ ਲਿਖੀ ਹੁੰਦੀ ਹੈ। ਜਿਵੇਂ ਉਹ ਪਿਆਸੇ ਕਾਂ ਦੀ ਇੱਕ ਕਹਾਣੀ ਹੈ ਨਾ ਵੀ ਕਾਂ ਆਇਆ, ਉਹਨੂੰ ਪਿਆਸ ਲੱਗੀ, ਉਹਨੇ ਰੋੜ ਪਾਣੀ ਵਿੱਚ ਪਾਏ, ਉਹ ਪੀ ਕੇ ਚਲਾ ਗਿਆ। ਥੱਲੇ ਉਹਦੀ ਸਿੱਖਿਆ ਲਿਖੀ ਹੈ ਵੀ ਇਹ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ।
ਸਿੱਖਿਆ ਇਹ ਮਿਲਦੀ ਹੈ ਵੀ ਮੁਸੀਬਤ ਵਿੱਚ ਕਦੇ ਹਾਰਨਾ ਨਹੀਂ ਚਾਹੀਦਾ, ਉਦਮ ਕਰਨਾ ਚਾਹੀਦਾ ਅਤੇ ਸਾਰੀਆਂ ਮੰਜ਼ਲਾਂ ਆਸਾਨ ਹੋ ਜਾਂਦੀਆਂ। ਐਸੇ ਤਰ੍ਹਾਂ ਗੁਰਮੁਖੋ ਜਦੋਂ ਧਾਰਮਿਕ ਗ੍ਰੰਥ ਪੜ੍ਹੀਦਾ ਨਾ, ਵੇਦ ਸ਼ਾਸਤਰ ਵਗੈਰਾ, ਉਹਦੇ ਵਿੱਚੋਂ ਫਿਰ ਸਿੱਖਿਆ ਕੀ ਮਿਲਦੀ ਹੈ? ਮਹਾਰਾਜ ਕਹਿੰਦੇ ਸਿੱਖਿਆ ਇਹ ਮਿਲਦੀ ਹੈ ਨਾਮ ਤਤ, ਨਾਮ ਹੀ ਸਿਧਾਂਤ ਹੈ। ਵੇਦ ਵੀ ਇਹ ਗੱਲ ਕਹਿੰਦਾ ਨਾਮ ਜਪ, ਸਿਮਰਤੀ ਵੀ ਇਹ ਗੱਲ ਕਹਿੰਦੀ ਨਾਮ ਜਪ, ਸ਼ਾਸਤਰ ਵੀ ਕਹਿੰਦਾ ਨਾਮ ਜਪ, ਗੁਰਬਾਣੀ ਕਹਿੰਦੀ ਹੈ ਨਾਮ ਜਪ। ਪਾਤਸ਼ਾਹ ਕਹਿਣ ਲੱਗੇ ਨਾਮ ਤਤ, ਇਹ ਨਾਮ ਜਿਹੜਾ ਹੈ ਇਹ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਰੂਪ ਨਾਮ ਹੈ। ਸਾਰੇ ਸਾਧਨਾਂ ਦੇ ਵਿੱਚੋਂ ਸ਼੍ਰੋਮਣੀ ਹੈ। ਸਿਰ ਜਾਪੈ, ਸਿਰ ਤੋਂ ਭਾਵ ਹੁੰਦਾ ਸਭ ਤੋਂ ਸ਼੍ਰੋਮਣੀ, ਨਾਮ ਹੀ ਜਾਪੇ ਕਹੀਏ ਜਾਣਿਆ ਜਾਂਦਾ ਹੈ। ਨਾਮ ਬਿਨਾ ਮੈਂ ਦੁੱਖ ਕਾਲ ਨਾ ਸੰਤਾਪੇ। ਨਾਮ ਜਪੇ ਤੋਂ ਬਿਨਾ ਦੁਖਦਾਈ ਕਾਲ ਜਿਹੜਾ ਜੀਵ ਨੂੰ ਦੁੱਖ ਦਿੰਦਾ ਹੈ। ਜਿਹੜਾ ਨਾਮ ਨਾ ਜਪਦਾ, ਮਰਨਾ ਜਾਹੀ ਜਿਨਾ ਬਿਸਰਤ ਨਾਮ, ਜਦੋਂ ਨਾਮ ਭੁੱਲ ਜਾਂਦਾ ਹੈ, ਪਾਤਸ਼ਾਹ ਕਹਿਣ ਲੱਗੇ ਉਹ ਦੁਖੀ ਹੋ ਜਾਂਦਾ ਹੈ। ਨਹੀਂ ਨਾਮ ਜਪਦਾ ਤੇ ਉਹਦਾ ਜਨਮ ਹੀ ਨਹੀਂ ਹੁੰਦਾ, ਉਹ ਗਰਭ ਦੇ ਵਿੱਚ ਹੀ ਗਲ ਜਾਂਦਾ ਹੈ, ਮਰਿਆ ਹੋਇਆ ਪੈਦਾ ਹੁੰਦਾ। ਜਿਹਨੂੰ ਨਾਮ ਮਾਤਾ ਦੇ ਉਦਰ ਦੇ ਵਿੱਚ ਭੁੱਲ ਜਾਂਦਾ ਨਾ, ਗਰਭ ਦੇ ਵਿੱਚ ਭੁੱਲ ਜਾਂਦਾ ਹੈ, ਨਾਮ ਨੂੰ ਭੁੱਲਣ ਵਾਲਾ ਤੇ ਜਨਮ ਹੀ ਨਹੀਂ ਲੈ ਸਕਦਾ, ਉਹ ਮਰ ਹੀ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਬਿਨ ਨਾਵੈ, ਫਿਰ ਦੁਨੀਆ 'ਤੇ ਆ ਜਾਂਦਾ ਹੈ। ਜਿਹੜਾ ਨਾਮ ਨਹੀਂ ਜਪਦਾ, ਕਾਲ ਸੰਤਾਪੈ, ਇਹ ਜਿਹੜਾ ਕਾਲ ਮੌਤ ਫਿਰ ਉਸ ਨੂੰ ਦੁੱਖ ਦਿੰਦਾ ਹੈ। ਤਤੋ ਤਤ ਮਿਲੈ ਮਨ ਮਾਨੈ। ਮਹਾਰਾਜ ਕਹਿਣ ਲੱਗੇ ਸਿੱਖ ਦਾ ਮਨ ਗੁਰੂ ਉੱਪਰ ਮੰਨਿਆ ਜਾਵੇ। ਆਪਾਂ ਆਇਆ ਨਾ ਮੱਥਾ ਟੇਕਣ ਵਾਸਤੇ, ਸਾਡਾ ਮਨ ਹੀ ਨਹੀਂ ਮੰਨਿਆ ਮੱਥਾ ਟੇਕਣ ਨੂੰ, ਮਨ ਹੀ ਨਹੀਂ ਮੰਨਿਆ ਸੰਗਤ ਵਿੱਚ ਬੈਠਣ ਨੂੰ, ਮਨ ਨਹੀਂ ਮੰਨਿਆ ਬਾਣੀ ਪੜ੍ਹਨ ਨੂੰ, ਮਨ ਨਹੀਂ ਮੰਨਿਆ ਗੁਰੂ ਦੇ ਬਚਨ ਸੁਣਨ ਵਾਸਤੇ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਮਨ ਮੰਨੈ, ਪਹਿਲਾਂ ਸਿੱਖ ਦਾ ਮਨ ਗੁਰੂ ਦੇ ਉੱਪਰ ਮੰਨੇ ਵੀ ਹਾਂ ਮੈਂ ਗੁਰੂ ਕੋਲ ਜਾਣਾ ਹੈ, ਗੁਰੂ ਦਾ ਬਚਨ ਸੁਣਨਾ ਹੈ। ਜਦੋਂ ਮਨ ਮੰਨ ਜਾਵੇ ਗੁਰਾਂ ਦੇ ਉੱਪਰ, ਫਿਰ ਗੁਰਾਂ ਦਾ ਮਨ ਸਿੱਖ ਦੀ ਸੇਵਾ 'ਤੇ ਮੰਨਦਾ ਹੈ। ਪਹਿਲਾਂ ਸਿੱਖ ਦਾ ਮਨ ਮੰਨਿਆ ਗੁਰੂ ਦੇ ਉਪਦੇਸ਼ ਦੇ ਉੱਪਰ, ਜਦੋਂ ਉਪਦੇਸ਼ ਮੰਨ ਕੇ ਸੇਵਾ ਕੀਤੀ, ਫਿਰ ਉਹਦੀ ਸੇਵਾ ਵੇਖ ਕੇ ਗੁਰੂ ਦਾ ਮਨ ਉਹਦੇ ਉੱਪਰ ਮੰਨ ਗਿਆ ਵੀ ਆਹ ਸਿੱਖ ਠੀਕ ਹੈ, ਇਹ ਬਚਨ ਕਮਾਉਂਦਾ ਪਿਆ ਹੈ। ਅਤੇ ਜਦੋਂ ਗੁਰੂ ਦਾ ਮਨ ਸਿੱਖ ਦੇ ਉੱਪਰ ਮੰਨ ਜਾਂਦਾ ਅਤੇ ਫਿਰ ਗੁਰੂ ਪਾਤਸ਼ਾਹ ਜੀ ਮਨ ਕਹੀਏ ਮੰਤਰ ਦਿੰਦੇ ਸਿੱਖ ਨੂੰ ਹਿਰਦੇ ਵਿੱਚ ਵੀ ਲੈ ਭਾਈ ਆਹ ਉਪਦੇਸ਼ ਹੈ, ਇਹਦੀ ਕਮਾਈ ਕਰ। ਅਤੇ ਜਦੋਂ ਫਿਰ ਉਪਦੇਸ਼ ਹਿਰਦੇ ਵਿੱਚ ਲੈ ਕੇ ਅਤੇ ਮਾਨੇ ਕਹੀਏ ਮੰਨਣ ਕੀਤਾ, ਗੁਰੂ ਦਾ ਉਪਦੇਸ਼ ਫਿਰ ਮੰਨਿਆ ਕਿ ਹਾਂ ਠੀਕ ਹੈ, ਇਹ ਉਪਦੇਸ਼ ਮੰਨਣਾ ਪਵੇਗਾ। ਜਾਂ ਮੰਨ ਲੈਂਦਾ ਹੈ ਤਤੋ ਤਤ ਮਿਲੈ, ਅਤੇ ਸਿਧਾਂਤ ਰੂਪ ਪਰਮਾਤਮਾ ਜਿਹੜਾ ਹੈ ਫਿਰ ਉਸ ਨੂੰ ਮਿਲ ਜਾਂਦਾ ਹੈ। ਇਹ ਜੀਵ ਫਿਰ ਉਹ ਸਿਧਾਂਤ ਰੂਪ ਪਰਮਾਤਮਾ ਦੇ ਨਾਲ ਮਿਲਦਾ ਹੈ। ਦੂਜਾ ਜਾਏ ਇੱਕ ਘਰ ਆਣਾ, ਅਤੇ ਫਿਰ ਦਵੈਤ ਭਾਵ ਚੱਲਿਆ ਜਾਂਦਾ ਹੈ ਅਤੇ ਮਨ ਜਿਹੜਾ ਏਕਤਾ ਦੇ ਘਰ ਵਿੱਚ ਆ ਜਾਂਦਾ ਹੈ। ਬੋਲੇ ਪਵਣਾ ਗਗਨ ਗਰਜਾ। ਮਹਾਰਾਜ ਕਹਿਣ ਲੱਗੇ ਪਰਮਾਤਮਾ ਦੀ ਸਤਾ ਦੇ ਨਾਲ ਬੋਲੇ ਪਵਨਾ, ਪੌਣ ਬੋਲਦੀ ਹੈ, ਹਵਾ ਬੋਲਦੀ ਹੈ। ਕਿਵੇਂ ਬੋਲਦੀ ਹੈ? ਕਿਉਂਕਿ ਪਰਮਾਤਮਾ ਦੀ ਚੇਤਨ ਸਤਾ ਸ਼ਕਤੀ ਹੈ, ਪਰਮਾਤਮਾ ਦੀ ਉਹਦੇ ਵਿੱਚ ਕਰਾਮਾਤ ਹੈ। ਹਵਾ ਚੱਲਦੀ ਬੋਲਦੀ ਆਵਾਜ਼ ਕਰਦੀ ਹੈ, ਛਾਂ ਛਾਂ ਦੀ ਆਵਾਜ਼ ਆਉਂਦੀ ਹੈ। ਪਰਮਾਤਮਾ ਦੀ ਤਾਕਤ ਹੈ। ਗਗਨ ਗਰਜੇ, ਆਕਾਸ਼ ਵੀ ਗੱਜਦਾ ਹੈ, ਆਕਾਸ਼ ਵੀ ਬੋਲਦਾ ਹੈ। ਕਿਵੇਂ ਬੋਲਦਾ ਹੈ? ਕਹਿਣ ਲੱਗੇ ਜੀ ਪਰਮਾਤਮਾ ਦੀ ਸ਼ਕਤੀ ਹੈ ਉਹਦੇ ਵਿੱਚ, ਆਕਾਸ਼ ਨੂੰ ਵੀ ਬੋਲਣ ਲਾਇਆ ਹੈ, ਹਵਾ ਵੀ ਬੋਲਦੀ ਪਈ ਹੈ। ਨਾਨਕ ਨਿਹਚਲ ਮਿਲ ਸਹਜੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰਮੁਖ ਹਨ ਉਹ ਨਿਹਚਲ ਪ੍ਰਭੂ ਨੂੰ ਸਹਿਜੇ ਹੀ ਮਿਲ ਪੈਂਦੇ, ਸੌਖੇ ਹੀ ਮਿਲ ਪੈਂਦੇ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ। ਬੋਲੇ ਪਵਨਾ ਗਗਨ ਗਰਜਾ। ਗੁਰਮੁਖੋ ਪਵਨਾ ਤੋਂ ਭਾਵ ਲੈ ਲੈਣਾ ਪੌਣ, ਪੌਣ ਤੋਂ ਲੈ ਲੈਣਾ ਪੰਜ ਤੱਤ, ਅਤੇ ਪੰਜਾਂ ਤੱਤਾਂ ਤੋਂ ਬਣਿਆ ਸਰੀਰ। ਕਹਿਣ ਲੱਗੇ ਇਹਨਾਂ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਵਿੱਚ ਪਰਮੇਸ਼ਰ ਦਾ ਬੁਲਾਇਆ ਹੋਇਆ ਇਹ ਜੀਵ ਬੋਲ ਰਿਹਾ ਹੈ। ਜੇ ਅਸੀਂ ਬੋਲਦੇ ਪਏ ਹਾਂ, ਸਾਡੀ ਕੋਈ ਸਮਰੱਥਾ ਨਹੀਂ ਹੈ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ।
ਇਹ ਪੰਜਾਂ ਤੱਤਾਂ ਦਾ ਸਰੀਰ ਬਣਿਆ। ਪਰਮਾਤਮਾ ਸਾਨੂੰ ਬੁਲਾਉਂਦਾ ਹੈ ਤਾਂ ਹੀ ਅਸੀਂ ਬੋਲਦੇ ਪਏ ਹਾਂ। ਆਪ ਗਾਵਾਏ ਆਪ ਜਪਾਏ, ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਪਰਮਾਤਮਾ ਅੰਦਰ ਬੈਠਾ ਹੈ, ਉਹ ਤਾਕਤ ਦਿੰਦਾ ਹੈ ਤਾਂ ਹੀ ਉਹਨੂੰ ਗਾਇਆ ਜਾਂਦਾ ਹੈ, ਉਹ ਤਾਕਤ ਦਿੰਦਾ ਤਾਂ ਉਹਨੂੰ ਜਪਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੈ। ਜਦੋਂ ਪਰਮੇਸ਼ਰ ਇਸ ਨੂੰ ਬੁਲਾਉਂਦਾ ਹੈ ਤੇ ਇਹ ਜੀਵ ਤਾਂ ਹੀ ਬੋਲਦਾ ਹੈ। ਨਾਨਕ ਨਿਹਚਲ ਮਿਲ ਸਹਜੇ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਨਿਹਚਲ ਸਰੂਪ ਜਿਹੜਾ ਪਰਮਾਤਮਾ ਹੈ, ਸਹਿਜੇ ਕਹੀਏ ਗਿਆਨ ਦੇ ਨਾਲ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਗਿਆਨ ਨਾਲ ਉਹ ਪਰਮਾਤਮਾ ਮਿਲਦਾ ਹੈ। ਫਿਰ ਮਹਾਰਾਜ ਜੀ ਫਰਮਾਉਂਦੇ ਹਨ, ਬੋਲੇ ਪਵਨਾ ਗਗਨ ਗਰਜਾ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਭਾਈ ਗੁਰਮੁਖਾ ਕਿ ਬੋਲੇ ਪਵਨਾ ਗਗਨ ਗਰਜੈ। ਗਗਨ ਕਹੀਏ ਜੋ ਚੇਤਨ ਪਰਮਾਤਮਾ ਹੈ, ਗਰਜੈ ਕਹੀਏ ਸਾਰੇ ਥਾਵਾਂ 'ਤੇ ਪ੍ਰਗਟ ਹੋ ਰਿਹਾ ਹੈ। ਬੋਲੇ ਪਵਨਾ ਸਵਾਸ ਸਵਾਸ ਉਸ ਦਾ ਜਸ ਬੋਲੇ। ਤੇ ਮਹਾਰਾਜ ਕਹਿਣ ਲੱਗੇ ਫਿਰ ਸਹਿਜੇ ਗਿਆਨ ਮਿਲਦਾ ਹੈ। ਸਵਾਸ ਸਵਾਸ ਉਹਦੇ ਨਾਮ ਨੂੰ ਜਪੇ ਤਾਂ ਸਹਿਜੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਸੁਨੰ। ਇੱਕ ਸਿੱਧ ਨੇ ਆ ਕੇ ਬਚਨ ਕੀਤਾ, ਕਹਿਣ ਲੱਗਾ ਸਤਿਗੁਰੂ ਜੀ ਜੋ ਪਰਮਾਤਮਾ ਹੈ ਉਹ ਕਿਸ ਇੰਦਰੇ ਦੇ ਵਿਸ਼ੇ ਨਹੀਂ ਹੈ। ਪਰਮਾਤਮਾ ਕਿਸ ਇੰਦਰੇ ਦੇ ਵਿਸ਼ੇ ਨਹੀਂ ਹੈ, ਕਿਹੜੇ ਇੰਦਰੇ ਵਿੱਚ ਨਹੀਂ ਆਉਂਦਾ ਹੈ। ਤੇ ਸੁਨ ਨਾਮ ਖਾਲੀ ਥਾਂ ਦਾ ਹੈ ਕਿ ਉਹ ਖਾਲੀ ਥਾਵਾਂ 'ਤੇ ਪਰਮੇਸ਼ਰ ਨਹੀਂ ਹੈ, ਇਹ ਦੱਸਣਾ ਕਰੋ। ਮਹਾਰਾਜ ਕਹਿਣ ਲੱਗੇ ਭਾਈ ਅੰਤਰ ਸੁਨੰ ਬਾਹਰ ਸੁਨੰ ਤਿਰ ਭਵਨ ਸੁਨ ਮੁਸੁਨੰ। ਮੁਸੁਨੰ ਤੋਂ ਭਾਵ ਜੋ ਪਰਮਾਤਮਾ ਅਸੁੰਨ ਹੈ, ਹੇ ਸਿੱਧੋ ਉਹ ਖਾਲੀ ਪਣੇ ਤੋਂ ਰਹਿਤ ਹੈ। ਇਤਨੀ ਗੱਲ ਕਹਿ ਕੇ ਸਤਿਗੁਰੂ ਜੀ ਸੂਨਵਾਦ ਦੀ ਜਿਹੜੀ ਨਿਰਵਿਰਤੀ ਕਰਦੇ ਪਏ, ਸੂਨਵਾਦ ਨੂੰ ਦੂਰ ਕਰਦੇ ਪਏ। ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ, ਭਾਵੇਂ ਉਹ ਸੁੰਨੀ ਹੋਵੇ, ਖਾਲੀ ਹੋਵੇ, ਗੁਫਾ ਹੋਵੇ, ਭਾਵੇਂ ਉਹ ਖਾਲੀ ਖੂਹ ਹੋਵੇ, ਸੁੰਨਾ ਪਿਆ ਹੈ, ਕੋਈ ਜਾਣਾ ਨਹੀਂ ਚਾਹੁੰਦਾ, ਪਰਮਾਤਮਾ ਉਹਦੇ ਵਿੱਚ ਵੀ ਹੈ। ਅੰਤਰ ਸੁਨੰ ਸੁਪਨ ਅਵਸਥਾ ਦੇ ਅੰਦਰ ਵੀ ਉਹ ਅਫੁਰ ਪਰਮਾਤਮਾ ਹੈ। ਅੰਤਰ ਸੁਨੰ ਜਿਸ ਨੂੰ ਕਿਹਾ ਜਾਂਦਾ ਹੈ ਸੁਪਨਾ ਅਵਸਥਾ, ਸੁਪਨੇ ਦੇ ਵਿੱਚ ਵੀ ਉਹ ਪਰਮਾਤਮਾ ਸਾਨੂੰ ਕੌਤਕ ਵਿਖਾਉਂਦਾ ਹੈ। ਸੁਪਨੇ ਵਿੱਚ ਅਸੀਂ ਕਈ ਕੁਝ ਵੇਖਦੇ, ਕਹਿਣ ਲੱਗੇ ਸੁਪਨਾ ਅਵਸਥਾ ਵਿੱਚ ਵੀ ਸਮਾਇਆ ਹੈ। ਬਾਹਰ ਸੁਨੰ ਜਿਸ ਵੇਲੇ ਅਸੀਂ ਜਾਗਰਤ ਅਵਸਥਾ ਵਿੱਚ ਜਾਗਦੇ ਪਏ ਹਾਂ, ਉਦੋਂ ਵੀ ਉਹ ਪਰਮਾਤਮਾ ਸਾਡੀ ਉਸ ਅਵਸਥਾ ਦੇ ਵਿੱਚ ਹੈ। ਤੇ ਮਹਾਰਾਜ ਕਹਿਣ ਲੱਗੇ ਤਿਰ ਭਵਨ ਸੁਨ, ਤੀਜਾ ਭਵਨ ਜੋ ਸੁਖੋਪਤ ਅਵਸਥਾ ਹੈ, ਉਹਦੇ ਵਿੱਚ ਵੀ ਉਹ ਅਫੁਰ ਪਰਮਾਤਮਾ ਸਮਾਇਆ ਹੋਇਆ ਹੈ। ਚੌਥਾ ਸੁਣੈ ਜੋ ਨਰ ਜਾਣੈ। ਜਿਹੜੇ ਮਨੁੱਖ ਇਹਨਾਂ ਤਿੰਨ ਅਵਸਥਾ ਨੂੰ ਟੱਪ ਕੇ ਲੰਘ ਕੇ, ਇੱਕ ਹੈ ਸੁਪਨ, ਜਾਗਰਤ ਅਤੇ ਇਸੇ ਤਰ੍ਹਾਂ ਸੁਖੋਪਤ ਜਿਹੜੀ ਅਵਸਥਾ ਹੈ, ਇਹਨੂੰ ਲੰਘ ਕੇ ਫਿਰ ਅੱਗੇ ਚੌਥਾ ਜਿਹੜਾ ਹੈ ਉਹ ਆਉਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਕੇਵਲ ਮੋਕਸ਼, ਜਾਂ ਨੂੰ ਕਿਹਾ ਜਾਂਦਾ ਹੈ ਤੁਰਿਆ ਪਦ। ਮਹਾਰਾਜ ਕਹਿਣ ਲੱਗੇ ਚੌਥਾ ਸੁਣੈ ਜੋ ਨਰ ਜਾਣੈ। ਜਿਹੜਾ ਵਿਅਕਤੀ ਚੌਥੀ ਭੂਮਿਕਾ ਦੇ ਵਿੱਚ ਜਾਂ ਕਹਿ ਲਈਏ ਤੁਰਿਆ ਪਦ ਵਿੱਚ ਪਹੁੰਚਦਾ ਹੈ, ਜਿਹੜਾ ਮਨੁੱਖ ਐਸੀ ਦਾਤ ਨੂੰ ਮਿਲਦਾ ਹੈ ਤੇ ਸੁਣੈ ਤੋਂ ਭਾਵ ਅਫੁਰ ਪਰਮਾਤਮਾ ਨੂੰ ਉਹ ਜੀ ਫਿਰ ਜਾਣ ਲੈਂਦਾ ਹੈ। ਤਾਕੋ ਪਾਪ ਦਾ ਪੁੰਨੰ। ਉਹਨੂੰ ਫਿਰ ਨਾ ਕੋਈ ਪਾਪ ਲੱਗਦਾ ਨਾ ਕੋਈ ਪੁੰਨ ਲੱਗਦਾ ਹੈ। ਜਿਹੜਾ ਚੌਥੀ ਅਵਸਥਾ 'ਚ ਪਹੁੰਚ ਗਿਆ ਨਾ ਤੁਰਿਆ ਪਦ, ਜਿਹਨੂੰ ਕਹਿ ਦਿੰਦੇ ਬ੍ਰਹਮ ਗਿਆਨ, ਬ੍ਰਹਮ ਗਿਆਨੀ ਨੂੰ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ ਹੈ। ਪਾਪ ਪੁੰਨ ਤੋਂ ਅਸੀਂ ਹਾਂ, ਅਸੀਂ ਪਾਪ ਕਰਾਂਗੇ ਸਾਨੂੰ ਪਾਪ ਦਾ ਫਲ ਭੋਗਣਾ ਪੈਣਾ, ਜੇ ਪੁੰਨ ਕਰਾਂਗੇ ਤੇ ਪੁੰਨ ਦਾ ਫਲ ਵੀ ਸਾਨੂੰ ਖਾਣਾ ਪਵੇਗਾ। ਬ੍ਰਹਮ ਗਿਆਨੀ ਨੂੰ ਪੁੰਨ ਦਾ ਫਲ ਨਹੀਂ ਖਾਣਾ ਪੈਂਦਾ, ਬ੍ਰਹਮ ਗਿਆਨੀ ਨੂੰ ਪਾਪ ਦਾ ਫਲ ਨਹੀਂ ਭੋਗਣਾ ਪੈਂਦਾ। ਉਹਦਾ ਕਾਰਨ ਕੀ ਹੈ? ਬ੍ਰਹਮ ਗਿਆਨੀ ਮਹਾਂਪੁਰਖ ਉਸ ਅਵਸਥਾ ਵਿੱਚ ਪਹੁੰਚ ਗਿਆ ਹੈ ਜਿੱਥੇ ਇਹਨਾਂ ਚੀਜ਼ਾਂ ਦੀ ਹੁਣ ਲੋੜ ਨਹੀਂ ਹੈ। ਪਰ ਜੇ ਬ੍ਰਹਮ ਗਿਆਨੀ ਕੋਲੋਂ ਅਣਜਾਣੇ ਵਿੱਚ ਕੋਈ ਪਾਪ ਹੋ ਜਾਵੇ, ਅਣਜਾਣੇ 'ਚ ਪਾਪ ਕੀ ਹੈ ਕਿ ਤੁਰੇ ਜਾਂਦਿਆਂ ਮੰਨ ਲਓ ਪੈਰ ਥੱਲੇ ਕੋਈ ਕੀੜਾ ਮਕੌੜਾ ਆ ਕੇ ਮਰ ਗਿਆ, ਪਾਪ ਹੋ ਗਿਆ ਨਾ। ਉਹ ਪਾਪ ਬ੍ਰਹਮ ਗਿਆਨੀ ਨੂੰ ਨਹੀਂ ਲੱਗੇਗਾ। ਉਹ ਕਿਹਨੂੰ ਲੱਗੇਗਾ?
ਜਿਹੜਾ ਉਸ ਬ੍ਰਹਮ ਗਿਆਨੀ ਦੀ ਨਿੰਦਿਆ ਕਰਦਾ ਹੋਵੇਗਾ ਨਾ, ਉਹ ਪਾਪ ਦਾ ਫਲ ਉਹਨੂੰ ਮਿਲ ਜਾਣਾ ਹੈ। ਤਾਂ ਹੀ ਮਹਾਰਾਜ ਨੇ ਆਖਿਆ ਨਿੰਦਾ ਭਲੀ ਕਿਸੇ ਕੀ ਨਾਹੀ। ਨਿੰਦਿਆ ਬੰਦੇ ਦੀ ਨਹੀਂ ਕਰਨੀ ਚਾਹੀਦੀ, ਬੰਦੇ ਦੀ ਮੈਲ ਧੋਤੀ ਜਾਂਦੀ ਹੈ। ਅਤੇ ਸਾਧੂ ਦੀ ਨਿੰਦਿਆ ਤਾਂ ਕਰਨੀ ਨਹੀਂ ਚਾਹੀਦੀ ਹੈ, ਕਿਉਂਕਿ ਸਾਧੂ ਦੀ ਨਿੰਦਿਆ ਕਰੇਗਾ, ਜਿਹੜਾ ਉਹਦੇ ਕੋਲੋਂ ਕੋਈ ਸੁਤੇ ਸਿੱਧ ਪਾਪ ਹੋਇਆ ਨਾ, ਉਹਦਾ ਫਲ ਉਸ ਨਿੰਦਕ ਨੂੰ ਮਿਲੇਗਾ। ਉਹ ਨਿੰਦਕ ਉਸ ਮਹਾਤਮਾ ਦਾ ਸੁਤੇ ਸਿੱਧ ਹੋਇਆ ਪਾਪ ਦਾ ਫਲ ਭੋਗੇਗਾ। ਅਤੇ ਜੇ ਕੋਈ ਪੁੰਨ ਕਰਦਾ ਹੈ, ਮਹਾਤਮਾ ਮੰਨ ਲਓ ਕੋਈ ਪੁੰਨ ਕਰਦੇ ਪਏ, ਉਹ ਪੁੰਨ ਦਾ ਫਲ ਵੀ ਖਾਣ ਵਾਸਤੇ ਮਹਾਤਮਾ ਨੂੰ ਜਨਮ ਨਹੀਂ ਲੈਣਾ ਪਵੇਗਾ। ਫਿਰ ਉਹ ਪੁੰਨ ਦਾ ਫਲ ਕਿੱਥੇ ਜਾਏਗਾ? ਕਹਿਣ ਲੱਗੇ ਉਹ ਪੁੰਨ ਦਾ ਫਲ ਉਹਨੂੰ ਮਿਲੇਗਾ ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰੇਗਾ, ਜਿਹੜਾ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ, ਉਹਨਾਂ ਦੇ ਬਸਤਰ ਧੋਂਦਾ। ਕਈ ਵਾਰੀ ਆਪਾਂ ਵੇਖਿਆ ਨਾ, ਕੁਝ ਮਹਾਤਮਾ ਨਾਮ ਜਪਣ ਵਾਲੇ, ਨਾਮ ਰਸੀਏ, ਆਪਣੇ ਆਸਣ 'ਤੇ ਬੈਠੇ ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿੰਦੇ, ਅਤੇ ਕੁਝ ਪਿਆਰੇ ਜਾ ਕੇ ਉਹਨਾਂ ਦੇ ਕੱਪੜੇ ਧੋਂਦੇ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ, ਉਹਨਾਂ ਦਾ ਇਸ਼ਨਾਨ ਕਰਾਉਂਦੇ। ਉਹਨਾਂ ਨੂੰ ਫਲ ਇਹ ਮਿਲੇਗਾ ਕਿ ਜਿਹੜਾ ਉਸ ਮਹਾਤਮਾ ਨੇ ਪੁੰਨ ਕਰਮ ਕੀਤਾ ਹੈ ਨਾ, ਉਹ ਪੁੰਨ ਦਾ ਫਲ ਮਹਾਤਮਾ ਨੇ ਤਾਂ ਲੈਣਾ ਨਹੀਂ ਹੈ। ਉਹ ਪੁੰਨ ਦਾ ਫਲ ਉਹਨੂੰ ਮਿਲੇਗਾ ਜਿਹੜਾ ਸੇਵਾ ਕਰਦਾ ਪਿਆ। ਜੇ ਸੁਤੇ ਸਿੱਧ ਪਾਪ ਹੋ ਗਿਆ ਤਾਂ ਪਾਪ ਦਾ ਫਲ ਮਹਾਤਮਾ ਨੂੰ ਨਹੀਂ ਮਿਲਣਾ, ਉਹਨੂੰ ਮਿਲੇਗਾ ਜਿਹੜਾ ਉਹਨਾਂ ਦੀ ਨਿੰਦਿਆ ਕਰਦਾ ਪਿਆ ਹੈ। ਪਾਪ ਅਤੇ ਪੁੰਨ ਦਾ ਫਲ ਇੱਦਾਂ ਹੀ ਵੰਡਿਆ ਜਾਣਾ ਹੈ। ਜਿਹੜਾ ਚੌਥੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਕਹਿਣ ਲੱਗੇ ਨਾ ਉਹਨੂੰ ਪਾਪ ਨਾ ਉਹਨੂੰ ਪੁੰਨ, ਉਹ ਇਹਨਾਂ ਸਾਰੀਆਂ ਗੱਲਾਂ ਤੋਂ ਨਿਰਲੇਪ ਹੋ ਜਾਂਦਾ ਹੈ। ਘਟ ਘਟ ਸੁਨ ਕਾ ਜਾਣੈ ਭਿਓ। ਕਹਿਣ ਲੱਗੇ ਸੁਨ ਜਿਹੜਾ ਪਰਮਾਤਮਾ ਫੁਰ ਹੈ ਨਾ, ਉਹ ਫਿਰ ਪੁਰਸ਼ ਜਿਹੜਾ ਹੈ ਘਟਾਂ ਘਟਾਂ ਵਿੱਚ ਉਸ ਪਰਮਾਤਮਾ ਦੇ ਭੇਦ ਨੂੰ ਜਾਣ ਲੈਂਦਾ ਹੈ। ਆਦਿ ਪੁਰਖ ਨਿਰੰਜਨ ਦਿਓ। ਉਹ ਆਦਿ ਪੁਰਖ ਪਰਮਾਤਮਾ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਹੈ। ਜੋ ਜਨ ਨਾਮ ਨਿਰੰਜਨ ਰਾਤਾ। ਜਿਹੜੇ ਵਿਅਕਤੀ ਉਸ ਨਾਮ ਦੇ ਵਿੱਚ ਰੰਗੇ ਹੋਏ, ਜੋ ਜਨ ਜਿਹੜੇ ਪੁਰਸ਼ ਉਸ ਨਿਰੰਜਨ ਦੇ ਨਾਮ ਦੇ ਵਿੱਚ ਰੰਗੇ ਹੋਏ ਹਨ, ਨਾਨਕ ਸੋਈ ਪੁਰਖ ਵਿਧਾਤਾ। ਮਹਾਰਾਜ ਕਹਿਣ ਲੱਗੇ ਭਾਈ, ਉਹ ਜਿਹੜੇ ਫਿਰ ਪੁਰਸ਼ ਹਨ ਫਲਬਰ ਦਾਤੇ, ਅਕਾਲ ਪੁਰਖ ਦਾ ਹੀ ਰੂਪ ਹੋ ਗਏ। ਸਤਿਪੁਰਖ ਜਿਨ ਜਾਣਿਆ, ਜਿਸ ਨੇ ਪਰਮੇਸ਼ਰ ਨੂੰ ਜਾਣ ਲਿਆ, ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਅਵਸਥਾ ਬਣਦੀ ਹੈ। ਸੁਨੋ ਸੁਨ ਕਹੈ ਸਭ ਕੋਈ। ਹਰੇਕ ਹੀ ਇਹ ਗੱਲ ਕਹਿੰਦਾ ਵੀ ਅਫੁਰ ਹੀ ਅਫੁਰ ਹੈ, ਅਫੁਰ ਹੀ ਅਫੁਰ ਹੈ। ਸਭ ਕੋਈ, ਹਰੇਕ ਬੰਦਾ ਇਹ ਗੱਲ ਕਹਿੰਦਾ ਹੈ। ਅਨਹਦ ਸੁਨ ਕਹਾ ਤੇ ਹੋਈ। ਪਰ ਅਨਹਤ ਜਿਹੜਾ ਹੱਦ ਤੋਂ ਰਹਿਤ ਹੈ, ਅਫੁਰ, ਉਸ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਇਹ ਇੱਕ ਸਵਾਲ ਹੈ। ਉਸ ਨੂੰ ਅਫੁਰ ਅਫੁਰ ਤੇ ਸਾਰੇ ਕਹਿੰਦੇ, ਪਰ ਉਸ ਅਫੁਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਕੋਈ ਦੱਸਦਾ ਨਹੀਂ ਹੈ। ਅਨਹਤ ਸੁਨ ਰਤੇ ਸੇ ਕੈਸੇ। ਸੋ ਕਹਿਣ ਲੱਗੇ ਉਸ ਵੇਲੇ ਮਹਾਰਾਜ ਸਾਹਿਬ ਜੀ ਅਜੇ ਉੱਤਰ ਦੇ ਹੀ ਰਹੇ ਸਨ, ਇੱਕ ਸਿੱਧ ਹੋਰ ਆ ਗਿਆ, ਕਹਿਣ ਲੱਗਾ ਜੀ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ ਦਿਓ। ਅਨਹਦ ਸੁਨ ਰਤੇ ਸੇ ਕੈਸੇ, ਜੋ ਹੱਦ ਤੋਂ ਰਹਿਤ ਸੁਨ ਬ੍ਰਹਮ ਹੈ, ਪਰਮਾਤਮਾ ਹੈ, ਉਸ ਵਿੱਚ ਜੋ ਰੰਗੇ ਹਨ ਉਹ ਕਿਸ ਤਰ੍ਹਾਂ ਦੇ ਹਨ? ਮੈਨੂੰ ਇਹ ਪਹਿਲਾਂ ਦੱਸੋ। ਮੇਰਾ ਪਹਿਲਾ ਸਵਾਲ ਇਹ ਹੈ, ਜੋ ਪਰਮਾਤਮਾ ਦੇ ਵਿੱਚ ਰੰਗੇ ਨੇ ਉਹ ਕਿਸ ਤਰ੍ਹਾਂ ਦੇ ਨੇ? ਮੇਰੇ ਸਵਾਲ ਦਾ ਜਵਾਬ ਦਿਓ। ਤੇ ਮਹਾਰਾਜ ਫਰਮਾਉਂਦੇ ਹਨ, ਜਿਸ ਤੇ ਉਪਜੈ ਤਿਸ ਹੀ ਜੈਸੇ। ਮਹਾਰਾਜ ਕਹਿਣ ਲੱਗੇ ਭਾਈ, ਜਿਹਦੇ ਤੋਂ ਪੈਦਾ ਹੋਏ ਉਹ ਉਸੇ ਵਰਗੇ ਹੀ ਨੇ। ਉਹਦਾ ਸਵਾਲ ਇਹ ਸੀ ਵੀ ਜਿਹੜੇ ਪਰਮਾਤਮਾ ਵਿੱਚ ਰੰਗੇ ਉਹ ਕਿਸ ਤਰ੍ਹਾਂ ਦੇ ਨੇ? ਮਹਾਰਾਜ ਕਹਿਣ ਲੱਗੇ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਸੇ ਪਰਮਾਤਮਾ ਵਰਗੇ ਹੀ ਉਹ ਹਨ। ਓਏ ਜਨਮ ਨਾ ਮਰੈ ਨਾ ਆਵੇ ਜਾਹੇ। ਮਹਾਰਾਜ ਕਹਿਣ ਲੱਗੇ ਭਾਈ, ਉਹ ਜਿਹੜੇ ਗੁਰਮੁਖ ਹਨ ਜੰਮ ਕੇ ਨਹੀਂ ਆਉਂਦੇ ਤੇ ਮਰ ਕੇ ਪਰਲੋਕ ਦੇ ਰਸਤੇ ਨਹੀਂ ਜਾਂਦੇ ਹਨ। ਨਾਨਕ ਗੁਰਮੁਖ ਮਨ ਸਮਝਾਏ। ਮਹਾਰਾਜ ਕਹਿਣ ਲੱਗੇ ਭਾਈ, ਜਿਹੜੇ ਗੁਰਮੁਖ ਨੇ ਉਹਨਾਂ ਨੇ ਗੁਰਾਂ ਦੁਆਰਾ ਆਪਣੇ ਮਨ ਨੂੰ ਸਮਝਾ ਲਿਆ ਹੈ। ਨੌ ਸਰ ਸੋ ਭਰ ਦਸਵੇਂ ਪੂਰੇ। ਸੋ ਇਸੇ ਤਰ੍ਹਾਂ ਸੁਨ ਸੁਨ ਕਹੈ ਸਭ ਕੋਈ। ਮਹਾਰਾਜ ਸਾਹਿਬ ਜੀ ਹੁਣ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਪਾਤਸ਼ਾਹ ਕਹਿਣ ਲੱਗੇ ਭਾਈ, ਬਚਨ ਇਹ ਹੈ, ਜਿਹੜਾ ਸਵਾਲ ਤੁਸੀਂ ਪਹਿਲਾਂ ਕੀਤਾ ਸੀ, 9 ਸਰ, 9 ਜਿਹੜੀਆਂ ਗੋਲਕਾਂ ਨੇ ਸਾਡੇ ਸਰੀਰ ਦੀਆਂ, ਅੱਖਾਂ, ਨੱਕ, ਕੰਨ, ਮੂੰਹ ਇਤਿਆਦਿਕ, ਇਹਨਾਂ ਸਾਰਿਆਂ ਨੂੰ ਰੋਕ ਕੇ 10ਵੇਂ ਪੂਰੇ, ਜਿਹੜਾ 10ਵਾਂ ਦੁਆਰ ਹੈ, ਇਸ ਨੂੰ ਪੂਰਨ ਕਰੇ। ਤੇ ਮਹਾਰਾਜ ਫਰਮਾਉਂਦੇ ਹਨ, ਤਹ ਅਨਹਤ ਸੁਨ ਵਜਾਵੇ ਤੂਰੇ। ਤੇ ਸੁਨ ਜੋ ਅਫੁਰ ਹੈ ਉਹ 10ਵਾਂ ਦੁਆਰ ਹੈ,
ਤੇ ਉਸ ਦੇ ਵਿੱਚੋਂ ਅਨਹਦ ਇੱਕ ਰਸ ਤੂਰੇ ਕਹੀਏ ਤੰਤੀ ਸਾਜ, ਵਾਜੇ ਜਿਹੜੇ ਨੇ ਵੱਜਦੇ ਹੋਏ ਉਹ ਸੁਣਾਈ ਦਿੰਦੇ ਹਨ। ਫਿਰ ਇਹਨਾਂ ਪੰਕਤੀਆਂ ਨੂੰ ਫਰਮਾਉਂਦੇ ਹਨ। ਨੌ ਸਰ ਸੋ ਪਰ ਦਸਵਾਂ ਪੂਰੈ। ਮਹਾਰਾਜ ਕਹਿਣ ਲੱਗੇ 9 ਗੋਲਕਾਂ ਹਨ ਅਤੇ ਇਸੇ ਤਰ੍ਹਾਂ 10 ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਦੇ ਵੱਲੋਂ ਸੁਪਰ ਕਹੀਏ ਰੋਕੇ, ਵਿਕਾਰਾਂ ਦੇ ਵੱਲੋਂ ਆਪਣੇ ਸਰੀਰ ਦੇ ਇੰਦਰੀਆਂ ਨੂੰ ਰੋਕਣਾ ਕਰੇ। ਤਹਿ ਅਨਹਤ ਸੁਨ ਵਜਾਵੇ ਤੂਰੇ। ਪਾਤਸ਼ਾਹ ਕਹਿਣ ਲੱਗੇ ਫਿਰ ਅਨਹਦ ਇਹ ਬਿਰਤੀ ਨੂੰ ਪਰਮਾਤਮਾ ਵਿੱਚ ਲਾਵੇ। ਅਨਹਦ ਇੱਕ ਰਸ ਬਿਰਤੀ ਪਰਮਾਤਮਾ ਵਿੱਚ ਲਾਵੇ ਤੇ ਤੂਰੇ ਕਹੀਏ ਸ਼ੀਘਰ ਹੀ ਪਰਮਾਤਮਾ ਫਿਰ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਸਾਚੇ ਰਾਚੇ ਦੇਖ ਹਜੂਰੇ। ਜਿਹੜੇ ਪੁਰਸ਼ ਸੱਚੇ ਪਰਮਾਤਮਾ ਦੇ ਵਿੱਚ ਰਾਚੇ ਕਹੀਏ ਰੰਗੇ ਹਨ, ਉਹ ਉਸ ਨੂੰ ਹਾਜ਼ਰ ਹਜ਼ੂਰ ਵੇਖ ਲੈਂਦੇ ਹਨ। ਘਟ ਘਟ ਸਾਚ ਰਿਆ ਪਰ ਪੂਰੇ। ਉਹ ਪਰਮਾਤਮਾ ਹਰੇ ਘਟਾਂ ਘਟਾਂ ਵਿੱਚ ਸਮਾਇਆ ਹੋਇਆ ਹੈ, ਸਾਰੇ ਥਾਵਾਂ ਤੇ ਬੈਠਾ ਹੈ। ਗੁਪਤੀ ਬਾਣੀ ਪ੍ਰਗਟ ਹੋਏ। ਪਾਤਸ਼ਾਹ ਕਹਿਣ ਲੱਗੇ ਗੁਰਾਂ ਦੀ ਬਾਣੀ ਜਿਹੜੀ ਗੁਪਤੀ ਹੈ ਨਾ, ਉਪਦੇਸ਼ ਰੂਪੀ ਜਿਹੜੀ ਬਾਣੀ ਹੈ, ਉਸ ਦੇ ਦੁਆਰਾ ਉਹ ਪਰਮਾਤਮਾ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਨਾਨਕ ਪਰਖ ਲੈ ਸੱਚ ਸੋਏ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਗੁਰਮੁਖ ਜਿਹੜੇ ਨੇ ਸਿਧਾਂਤ ਸਰੂਪ ਪਰਮਾਤਮਾ ਨੂੰ ਪਰਖ ਲੈਂਦੇ, ਪਾ ਲੈਂਦੇ ਹਨ। ਸਹਿਜ ਭਾਏ ਮਿਲਿਏ ਸੁਖ ਹੋਵੇ। ਮਹਾਰਾਜ ਕਹਿਣ ਲੱਗੇ ਭਾਈ ਸਹਿਜ ਭਾਏ ਸੁਤੇ ਸਿੱਧੀ ਗੁਰਾਂ ਨਾਲ ਮਿਲ ਕੇ ਤੇ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਫਰਮਾਉਂਦੇ ਹਨ ਸਹਿਜ ਭਾਏ ਮਿਲਿਆ ਸੁਖ ਹੋਵੇ। ਭੈ ਭਾਏ ਨਾਮ ਪ੍ਰੇਮ ਦਾ ਹੈ, ਸਹਿਜ ਨਾਮ ਗਿਆਨ ਦਾ ਹੈ। ਗਿਆਨ ਤੇ ਪ੍ਰੇਮ ਦੇ ਨਾਲ ਪਰਮਾਤਮਾ ਮਿਲੇ ਤੇ ਸੁਖ ਮਿਲਦਾ ਹੈ। ਗੁਰਮੁਖ ਜਾਗੈ ਨੀਂਦ ਨ ਸੋਵੈ। ਗੁਰਮੁਖ ਜਿਹੜੇ ਨੇ ਉਹ ਗੁਰੂ ਕਿਰਪਾ ਦੇ ਨਾਲ ਜਾਗਰਤ ਅਵਸਥਾ ਵਿੱਚ ਜਾਗਦੇ ਰਹਿੰਦੇ, ਵਿਦਿਆ ਤੇ ਮੋਹ ਦੀ ਨੀਂਦ ਵਿੱਚ ਸੌਂਦੇ ਨਹੀਂ ਹਨ। ਸੁਨ ਸ਼ਬਦ ਅਪਰੰਪਰ ਧਾਰਾ। ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜਾ ਸੁਨ ਸ਼ਬਦ ਹੈ ਨਾ, ਇਸ ਨੂੰ ਅਪਰੰਪਰ, ਅਪਰੰਪਰ ਤੋਂ ਭਾਵ ਹੈ ਸੰਸਾਰ ਤੇ ਪਰਾ ਰੂਪ ਜੋ ਪਰਮੇਸ਼ਰ ਹੈ, ਜੋ ਅਫੁਰ ਬ੍ਰਹਮ ਹੈ। ਅਪਰੰਪਰ ਕਹੀਏ ਜੋ ਸੰਸਾਰ ਤੋਂ ਪਰੇ ਦਾ ਰੂਪ ਹੈ, ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਹਿਰਦੇ ਵਿੱਚ ਧਾਰਨ ਕਰੇ। ਜਦੋਂ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰਨ ਕਰਕੇ ਕਮਾਈ ਕਰਦਾ ਹੈ, ਉਹ ਫਿਰ ਜੀਵ ਜਿਹੜਾ ਹੈ ਮੁਕਤੀ ਦੀ ਦਾਤ ਪ੍ਰਾਪਤ ਕਰਦਾ ਹੈ ਤੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਕਹਤੇ ਮੁਕਤ ਸ਼ਬਦ ਨਿਸਤਾਰਾ। ਜਿਹੜੇ ਗੁਰੂ ਦੇ ਸ਼ਬਦ ਨੂੰ ਕਹਤੇ ਕਹੀਏ ਕਹਿੰਦੇ ਹਨ, ਫਿਰ ਉਹ ਸ਼ਬਦ ਦੀ ਕਮਾਈ ਕਰਦੇ, ਹਿਰਦੇ ਵਿੱਚ ਵਸਾ ਲੈਂਦੇ, ਉਹ ਫਿਰ ਜੀਵ ਜਿਹੜਾ ਮੁਕਤ ਹੋ ਜਾਂਦਾ ਹੈ। ਗੁਰ ਕੀ ਦੀਖਿਆ ਸੇ ਸੱਚ ਰਾਤੇ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲਈ ਹੈ ਜਾਂ ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋਈ ਹੈ, ਸੇ ਸੱਚ ਰਾਤੇ ਉਹ ਸੱਚੇ ਪਰਮਾਤਮਾ ਵਿੱਚ ਰੰਗੇ ਗਏ ਹਨ। ਨਾਨਕ ਆਪ ਗਵਾਏ ਮਿਲ ਨਹੀਂ ਭਰਾਤੈ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਆਪਾ ਭਾਵ ਹੰਕਾਰ ਗਵਾ ਲਿਆ ਹੈ, ਜਿਨ੍ਹਾਂ ਨੇ ਆਪੇ ਨੂੰ ਦੂਰ ਕੀਤਾ, ਹੰਕਾਰ ਨੂੰ ਦੂਰ ਕੀਤਾ ਹੈ, ਉਹ ਪਰਮਾਤਮਾ ਦੇ ਨਾਲ ਮਿਲ ਗਏ। ਭਰਾਤੇ ਕਹੀਏ ਸੰਸਾ ਕੋਈ ਨਹੀਂ ਰਹਿ ਗਿਆ ਹੈ, ਉਹ ਪਰਮਾਤਮਾ ਦਾ ਰੂਪ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਇਸ ਪੌੜੀ ਦੇ ਵਿੱਚ ਪ੍ਰਸ਼ਨ ਤੇ ਉੱਤਰ ਦੋਨੇ ਹੀ ਦਿੰਦੇ ਨੇ। ਪ੍ਰਸ਼ਨ ਇਹ ਹੈ ਮਹਾਰਾਜ ਜੀ ਸੁਖ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰੂ ਪਾਤਸ਼ਾਹ ਕਹਿੰਦੇ ਸਹਿਜ ਭਾਏ ਮਿਲੀਐ ਸੁਖ ਹੋਏ। ਸ਼ਾਂਤੀ ਤੇ ਪ੍ਰੇਮ ਦੇ ਨਾਲ ਸ਼ੁਭ ਗੁਣਾਂ ਦੇ ਮਿਲਣ ਕਰਕੇ ਸੁਖ ਪ੍ਰਾਪਤ ਹੁੰਦਾ ਹੈ। ਦੂਜਾ ਸਵਾਲ ਇਹ ਹੈ ਮਹਾਰਾਜ ਭਜਨ ਸਿਮਰਨ ਵਿੱਚ ਜਾਗਦਾ ਕੌਣ ਹੈ? ਗੁਰਮੁਖ ਜਾਗੈ ਨੀਂਦ ਨਾ ਸੋਵੈ। ਗੁਰਮੁਖ ਜਾਗਦੇ ਰਹਿੰਦੇ, ਕਦੇ ਅਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦੇ ਹਨ। ਇਹ ਗੁਰਮੁਖਾਂ ਦੀ ਅਵਸਥਾ ਹੈ। ਤੀਜਾ ਸਵਾਲ ਇਹ ਹੈ ਅਫੁਰ ਬ੍ਰਹਮ ਹਿਰਦੇ ਵਿੱਚ ਕਿਵੇਂ ਧਾਰੇ? ਮਹਾਰਾਜ ਕਹਿਣ ਲੱਗੇ ਸੁਨ ਸ਼ਬਦ ਅਪਰੰਪਰ ਧਾਰੈ। ਜੋ ਸੰਸਾਰ ਤੋਂ ਪਰੇ ਬ੍ਰਹਮ ਹੈ, ਗੁਰਾਂ ਦੇ ਸ਼ਬਦ ਦੇ ਨਾਲ ਉਹਨੂੰ ਹਿਰਦੇ ਵਿੱਚ ਧਾਰਨ ਕਰੇ। ਪੰਜਵਾਂ ਸਵਾਲ ਇਹ ਹੈ ਆਪ ਮੁਕਤ ਰੂਪ ਕੌਣ ਹੈ? ਹੋਰਨਾਂ ਨੂੰ ਮੁਕਤ ਕੌਣ ਕਰਦਾ ਹੈ? ਕਹਤੇ ਮੁਕਤ ਸ਼ਬਦ ਨਿਸਤਾਰੇ। ਮਹਾਰਾਜ ਕਹਿਣ ਲੱਗੇ ਕਹਿਣ ਵਾਲੇ ਆਪ ਮੁਕਤ ਨੇ, ਗੁਰੂ ਦੀ ਸਿੱਖਿਆ ਲੈਣ ਵਾਲੇ, ਹੋਰਾਂ ਨੂੰ ਗੁਰੂ ਦੀ ਸਿੱਖਿਆ ਦੇਣ ਵਾਲੇ ਮੁਕਤ ਕਰ ਦਿੰਦੇ ਹਨ। ਅਗਲਾ ਸਵਾਲ ਇਹ ਹੈ ਸੱਚ ਵਿੱਚ ਕੌਣ ਰੰਗੇ ਨੇ? ਗੁਰ ਕੀ ਦੀਖਿਆ ਸੇ ਸੱਚ ਰਾਤੇ। ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋਈ ਹੈ ਉਹ ਉਸ ਦੇ ਵਿੱਚ ਰੰਗੇ ਗਏ।
ਤੇ ਉਸ ਤੋਂ ਅੱਗੇ ਵਾਲਾ ਸਵਾਲ ਇਹ ਹੈ, ਪਰਮਾਤਮਾ ਨੂੰ ਮਿਲਦਾ ਕੌਣ ਹੈ? ਮਹਾਰਾਜ ਕਹਿਣ ਲੱਗੇ, ਨਾਨਕ ਆਪ ਗਵਾਏ ਮਿਲਿਆ ਨਹੀਂ ਭਰਾਤੇ। ਜਿਨ੍ਹਾਂ ਨੇ ਆਪਾ ਭਾਵ ਨੂੰ ਗਵਾਇਆ ਹੈ ਉਹ ਪਰਮਾਤਮਾ ਨੂੰ ਮਿਲਦੇ। ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ, ਕੋਈ ਸੰਸਾ ਨਹੀਂ ਹੈ। ਇਹ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕੇ ਹਿਰਦੇ ਵਸਨ, ਸਾਡਾ ਭਲਾ ਹੋਵੇ। ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲੋ। ਗੁਰ ਕੀ ਦੀਖਿਆ ਸੇ ਸਚ ਰਾਤੇ, ਨਾਨਕ ਆਪ ਗਵਾਏ ਮਿਲ ਨਹੀਂ ਭਰਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।